Dear students, welcome back to the session of class 8 math subject. Students, today we will start our next exercise 7.4 of chapter comparing quantities. So, students, in previous video lecture ਅਸੀਂ ਜੋ ਸਮ ਕੀਤੇ ਸੀ ਉਸ ਵਿੱਚ estimation of discount ਤੇ estimation of amount paid by the customer paid by the customer or taken by the shopkeeper ਉਹ ਅਸੀਂ ਕੀਤਾ ਸੀ ਤੇ ਵਿਦਿਆਰਥੀਓ ਤੁਸੀਂ ਦੇਖਿਆ ਸੀ ਕਿ ਉਸ ਵਿੱਚ ਜ਼ਿਆਦਾਤਰ ਕੀ ਹੈ ਜਿਹੜਾ ਮਾਰਕਡ ਪ੍ਰਾਈਸ ਉਸ ਤੋਂ ਪਹਿਲੀਆਂ ਵੀ ਐਕਸਰਸਾਈਜ਼ ਜਿਹੜੀਆਂ 7.2 ਕੀਤੀ ਸੀ ਉਹ ਚ ਆਪਾਂ ਮਾਰਕਡ ਪ੍ਰਾਈਸ ਯਾਨੀ ਕਿ ਅੰਕਿਤ ਮੁੱਲ ਦੀ ਗੱਲ ਕੀਤੀ ਸੀ ਇੱਥੇ ਵੀ ਵਿੱਚੋਂ ਅਸੀਂ ਅੰਕਿਤ ਮੁੱਲ ਦੀ ਹੀ ਗੱਲ ਕਰਾਂਗੇ ਠੀਕ ਹੈ ਉਹਦੇ ਵਿੱਚ ਇਹ ਸੀਗਾ ਕਿ ਸੇਲਸ ਨੂੰ ਵਧਾਉਣ ਲਈ ਯਾਨੀ ਕਿ ਵਿਕਰੀ ਨੂੰ ਵਧਾਉਣ ਲਈ ਕਸਟਮਰ ਨੂੰ ਲਾਲਚ ਦਿੱਤਾ ਜਾਂਦਾ ਕਹਿ ਸਕਦੇ ਆਪਾਂ ਕਿ ਜਿਹੜੇ ਸ਼ਾਪਕੀਪਰ ਹਨ ਉਹ ਡਿਫਰੈਂਟ ਤਰ੍ਹਾਂ ਦੇ ਡਿਸਕਾਊਂਟ ਜਿਹੜੇ ਆ ਉਹ ਲਗਾ ਦਿੰਦੇ ਨੇ ਆਪਣੀ ਸ਼ਾਪ ਦੇ ਬਾਹਰ ਲਿਖ ਕੇ ਲਾ ਦਿੰਦੇ ਨੇ ਕਿ ਇੰਨੇ ਪਰਸੈਂਟ ਛੂਟ ਆ ਇੰਨੇ ਪਰਸੈਂਟ ਤੁਹਾਨੂੰ ਇਸ ਚੀਜ਼ ਤੇ ਛੂਟ ਹੋਏਗੀ ਉਹਨੂੰ ਆਪਾਂ ਡਿਸਕਾਊਂਟ ਕਹਿ ਦਿੰਦੇ ਤੇ ਡਿਸਕਾਊਂਟ ਦੀ ਪਰਸੈਂਟੇਜ ਵੀ ਉਹਨਾਂ ਨੇ ਜ਼ਿਆਦਾਤਰ ਲਿਖੀ ਹੁੰਦੀ ਆ ਕਿ 25% ਡਿਸਕਾਊਂਟ ਮਿਲ ਗਿਆ 50% ਡਿਸਕਾਊਂਟ ਮਿਲ ਗਿਆ ਠੀਕ ਹੈ 30% ਡਿਸਕਾਊਂਟ ਹੈ ਜੀ ਇਸ ਚੀਜ਼ ਦੇ ਉੱਪਰ ਤਾਂ ਡਿਸਕਾਊਂਟ ਦੇ ਨਾਲ ਤੁਹਾਨੂੰ ਜਿਹੜੀ ਚੀਜ਼ ਮਿਲਦੀ ਹੈ ਯਾਨੀ ਕਿ ਸ਼ਾਪਕੀਪਰ ਜਿਹੜੀ ਚੀਜ਼ ਜਿਹੜੇ ਰੇਟ ਤੇ ਤੁਹਾਨੂੰ ਚੀਜ਼ ਵੇਚਦਾ ਹੈ ਉਹ ਉਸਦੇ ਮਾਰਕਡ ਪ੍ਰਾਈਸ ਯਾਨੀ ਕਿ ਅੰਕਿਤ ਮੁੱਲ ਤੋਂ ਘੱਟ ਹੁੰਦੀ ਹੈ ਜ਼ਿਆਦਾਤਰ ਠੀਕ ਹੈ ਉਸ ਨੂੰ ਅਸੀਂ ਕੀ ਕਹਿ ਦਿੰਦੇ ਉਹਦਾ ਸੈਲਿੰਗ ਪ੍ਰਾਈਸ ਜਾਂ ਸੇਲ ਪ੍ਰਾਈਸ ਕਹਿੰਦੇ ਆ ਠੀਕ ਹੈ ਇੱਥੇ ਤੱਕ ਅਸੀਂ ਪੜਿਆ ਸੀ ਤੇ ਡਿਸਕਾਊਂਟ ਐਕਚੁਅਲ ਵਿੱਚ ਹੁੰਦਾ ਕਿਹਦੇ ਇਕੁਅਲ ਹੈ ਕੀ ਫਾਰਮੂਲਾ ਸੀ ਮਾਰਕਡ ਪ੍ਰਾਈਸ ਮਾਈਨਸ ਸੈਲਿੰਗ ਪ੍ਰਾਈਸ तो ਇਹਨੂੰ ਹੁਣ ਸਾਰੇ ਬੱਚਿਆਂ ਨੂੰ ਪਤਾ ਹੋਣਾ ਹੈ ਕਿ ਅੰਕਿਤ ਮੁੱਲ ਕਿਹਾ ਸੀ ਅਸੀਂ ਔਰ ਇਹਨੂੰ ਕੀ ਕਹਿਤਾ ਸੀ ਵੇਚ ਮੁੱਲ ਠੀਕ ਹੈ ਦੋਨਾਂ ਦਾ ਡਿਫਰੈਂਸ ਜਿਹੜਾ ਹੈ ਉਹ ਕੀ ਆ ਜਾਂਦੀ ਹੈ ਕਟੌਤੀ ਆ ਜਾਂਦੀ ਹੈ ਠੀਕ ਹੈ ਜਦੋਂ ਪਰਸੈਂਟੇਜ ਫਾਈਂਡ ਆਊਟ ਕੀਤੀ ਸੀ ਕਟੌਤੀ ਦੀ ਪਰਸੈਂਟੇਜ ਕੱਢਣ ਦਾ ਫਾਰਮੂਲਾ ਸੀ ਡਿਸਕਾਊਂਟ ਕਿੰਨਾ ਮਿਲਿਆ ਮਾਰਕਡ ਪ੍ਰਾਈਸ ਕਿੰਨਾ ਸੀ into 100 ਦੇ ਨਾਲ ਠੀਕ ਹੈ ਤਾਂ ਪਰਸੈਂਟੇਜ ਆਫ ਡਿਸਕਾਊਂਟ ਫਾਈਂਡ ਆਊਟ ਕਰਨ ਦਾ ਫਾਰਮੂਲਾ ਸੀ ਇੱਥੇ ਤੱਕ ਅਸੀਂ ਐਕਸਰਸਾਈਜ਼ ਨੰਬਰ 7.3 ਦੇ ਸਮ ਕਰ ਚੁੱਕੇ ਹਾਂ ਜਿਸ ਵਿੱਚ ਤੁਸੀਂ ਜ਼ਿਆਦਾਤਰ ਕੀ ਕੀਤਾ ਕਿ ਜਿਹੜੇ ਸਵਾਲ ਸੀਗੇ ਜ਼ਿਆਦਾਤਰ ਉਹ ਅੰਕਿਤ ਮੁੱਲ ਦੇ ਉੱਪਰ ਡਿਸਕਾਊਂਟ ਹੀ ਸੀ ਯਾਨੀ ਕਿ ਕਟੌਤੀ ਸੀ ਜਿਸ ਨਾਲ ਵੇਚ ਮੁੱਲ ਦੇ ਵਿੱਚ ਘਾਟਾ ਹੋ ਰਿਹਾ ਸੀ ਯਾਨੀ ਕਿ ਵੇਚ ਮੁੱਲ ਘਟ ਰਿਹਾ ਸੀ ਠੀਕ ਹੈ ਹੁਣ ਜਿਹੜਾ ਅਗਲਾ ਕੰਮ ਹੋਏਗਾ ਬੱਚੋ ਜਿਹੜਾ ਅੰਕਿਤ ਮੁੱਲ ਹੁੰਦਾ ਹੈ ਨਾ ਅੰਕਿਤ ਮੁੱਲ ਐਕਚੁਅਲ ਦੇ ਵਿੱਚ ਉਹ ਕੀ ਹੁੰਦਾ ਹੈ ਦੇਖੋ ਕਿਸੇ ਵੀ ਆਬਜੈਕਟ ਦਾ ਮੇਰੀ ਗੱਲ ਨੂੰ ਹੁਣ ਧਿਆਨ ਨਾਲ ਸਮਝਿਓ ਅਗਲਾ ਜਿਹੜਾ ਐਕਸਰਸਾਈਜ਼ ਹੋਣੀ ਹੈ ਉਹਦਾ ਬੇਸਿਸ ਹੀ ਹੈ ਜੋ ਮੈਂ ਤੁਹਾਨੂੰ ਦੱਸਣ ਲੱਗਾ ਕਿ ਜਦੋਂ ਕੋਈ ਵੀ ਆਬਜੈਕਟ ਅਸੀਂ ਖਰੀਦਦੇ ਹਾਂ ਠੀਕ ਹੈ ਜਾਂ ਦੁਕਾਨਦਾਰ ਲੈਂਦਾ ਹੈ ਤਾਂ ਦੁਕਾਨਦਾਰ ਜਦੋਂ ਕਿਸੇ ਵੀ ਆਬਜੈਕਟ ਦਾ ਮਤਲਬ ਕੋਈ ਵੀ ਵਸਤੂ ਜਿਹੜੀ ਹੈ ਉਹ ਜਦੋਂ ਦੁਕਾਨਦਾਰ ਵੇਚਣ ਲਈ ਲੈਂਦਾ ਹੈ ਤਾਂ ਉਸ ਦੁਕਾਨਦਾਰ ਨੂੰ ਜਾਂ ਜਿਸ ਵੀ ਕੰਪਨੀ ਨੇ ਉਹਨੂੰ ਬਣਾਇਆ ਹੁੰਦਾ ਹੈ ਉਹ ਪਹਿਲਾਂ ਕੀ ਹੈ ਕੱਚਾ ਮਾਲ ਖਰੀਦਦੇ ਨੇ ਉਸ ਚੀਜ਼ ਨੂੰ ਬਣਾਉਣ ਲਈ ਠੀਕ ਹੈ ਕੱਚਾ ਮਾਲ ਸਮਝਦੇ ਹੋ ਰॉ ਮਟੀਰੀਅਲ ਤੇ ਰॉ ਮਟੀਰੀਅਲ ਜਿਹੜਾ ਹੈ ਉਹ ਕਿੱਥੋਂ ਖਰੀਦਿਆ ਜਾਂਦਾ ਉਹ ਬੱਚੋ ਮੰਨ ਲਓ ਕਿ ਜਿਹੜਾ ਫੈਕਟਰੀਜ਼ ਜਿਹੜੀਆਂ ਨੇ ਉਹ ਕਿੱਥੋਂ ਖਰੀਦਦੀਆਂ ਨੇ ਉਹ ਦੇਸ਼ ਤੋਂ ਯਾਨੀ ਕਿ ਸਾਡੀ ਕੰਟਰੀ ਤੋਂ ਖਰੀਦ ਰਹੀਆਂ ਠੀਕ ਹੈ ਕੰਟਰੀ ਦਾ ਕੋਈ ਵੀ ਫਰਮ ਹੈਗੀ ਆ ਜਿੱਥੋਂ ਉਹ ਖਰੀਦ ਰਿਹਾ ਹੁਣ ਕੰਟਰੀ ਕੀ ਕਰਦੀ ਹੈ ਕੰਟਰੀ ਉਸ ਕੱਚੇ ਮਾਲ ਦੇ ਉੱਪਰ ਟੈਕਸ ਲਗਾ ਕੇ ਕਿਉਂਕਿ ਦੇਸ਼ ਵੀ ਚਲਾਉਣਾ ਹੈ ਠੀਕ ਹੈ ਦੇਸ਼ ਦੇ ਵਿੱਚ ਕਿਹੜੇ ਕੰਮ ਚੱਲ ਰਹੇ ਦੇਸ਼ ਦੇ ਵਿੱਚ ਲੋਕਾਂ ਨੂੰ ਨੌਕਰੀਆਂ ਵੀ ਦੇਣੀਆਂ ਹਨ ਠੀਕ ਹੈ ਲੋਕਾਂ ਦੀਆਂ ਜਿਹੜੀ ਨੌਕਰੀਆਂ ਮਿਲੀਆਂ ਹਨ ਉਹਦੀਆਂ ਸੈਲਰੀਜ਼ ਵੀ ਦੇਣੀਆਂ ਨੇ ਬਾਕੀ ਹੋਰ ਫੈਸਿਲਿਟੀਆਂ ਜਿਹੜੀਆਂ ਨੇ ਗਵਰਨਮੈਂਟ ਜਿਹੜੀ ਲੋਕਾਂ ਨੂੰ ਦਿੰਦੀ ਹੈ ਉਹ ਕਿੱਥੋਂ ਦਿੰਦੀ ਹੈ ਉਹ ਲੋਕਾਂ ਦਾ ਪੈਸਾ ਹੀ ਲੋਕਾਂ ਤੇ ਲੱਗਦਾ ਹੈ ਠੀਕ ਹੈ ਤਾਂ ਉਹ ਲੋਕਾਂ ਦੇ ਪਹਿਲਾਂ ਕੀ ਟੈਕਸ ਲਗਾਉਂਦੇ ਹਨ ਤਾਂ ਥੋੜੀ ਅਮਾਉਂਟ ਦੇ ਵਿੱਚ ਉਹ ਟੈਕਸ ਇਕੱਠਾ ਕਰਦੇ ਹਨ ਹਰ ਇੱਕ ਜਿਹੜਾ ਵੀ ਪਰਸੈਂਟ ਟੈਕਸ ਦੇਣ ਵਾਲਾ ਹੋਵੇ ਚੀਜ਼ਾਂ ਦੇ ਉੱਪਰ ਵੀ ਜਿਹੜੀ ਆਪਾਂ ਚੀਜ਼ ਖਰੀਦਦੇ ਆ ਤਾਂ ਉਹ ਤੇ ਟੈਕਸ ਲਾ ਕੇ ਉਹ ਚੀਜ਼ ਆਉਂਦੀ ਹੈ ਇਹਦਾ ਮਤਲਬ ਜਿਹੜੀ ਆਬਜੈਕਟ ਦਾ ਬੇਸ ਮੁੱਲ ਹੁੰਦਾ ਹੈ ਠੀਕ ਹੈ ਬੇਸ ਮੁੱਲ ਮਤਲਬ ਸਮਝਦੇ ਹੋ ਜਿਹੜਾ ਕਿ ਉਹਦਾ ਮੂਲ ਮੁੱਲ ਹੋਏਗਾ ਉਹ ਮੁੱਲ ਤੋਂ ਟੈਕਸ ਉਹਦੇ ਵਿੱਚ ਐਡ ਹੋ ਕੇ ਆਂਦਾ ਹੈ ਫਿਰ ਉਹਦਾ ਮਾਰਕਡ ਪ੍ਰਾਈਸ ਬਣਦਾ ਹੈ ਠੀਕ ਹੈ ਇਸੇ ਕਰਕੇ ਹੀ ਜ਼ਿਆਦਾਤਰ ਵਸਤੂਆਂ ਦੇ ਉੱਪਰ MRP ਲਿਖਿਆ ਹੁੰਦਾ ਹੈ ਕਿ ਇਸ ਤੋਂ ਵੱਧ ਹੁਣ ਮੁੱਲ ਨਹੀਂ ਹੋ ਸਕਦਾ ਉਸ ਵਿੱਚ ਟੈਕਸ ਆਲਰੇਡੀ ਲੱਗ ਚੁੱਕਾ ਹੈ ਤਾਂ ਟੈਕਸ ਦਾ ਮਤਲਬ ਹੈ ਵਾਧਾ ਠੀਕ ਹੈ ਡਿਸਕਾਊਂਟ ਦਾ ਮਤਲਬ ਸੀਗਾ ਘਾਟਾ ਡਿਸਕਾਊਂਟ ਦਾ ਮਤਲਬ ਪ੍ਰਾਈਸ ਘਟਣਾ ਹੁੰਦਾ ਹੈ ਤੇ ਟੈਕਸ ਦਾ ਮਤਲਬ ਹੁੰਦਾ ਹੈ ਪ੍ਰਾਈਸ ਵਧਣਾ ਹੁੰਦਾ ਹੈ ਠੀਕ ਹੈ ਤਾਂ ਟੈਕਸ ਇੰਨੀ ਗੱਲ ਯਾਦ ਰੱਖਣੀ ਹੈ ਆਲਰੇਡੀ ਉਹ ਲੱਗ ਕੇ ਹੀ ਆਂਦਾ ਪਰ ਉਹ ਉਸ ਚੀਜ਼ ਦਾ ਮੁੱਲ ਜਿਹੜਾ ਹੈ ਕੁਝ ਹੋਰ ਹੁੰਦਾ ਹੈ ਉੱਤੇ ਜਦੋਂ ਟੈਕਸ ਲੱਗਦਾ ਹੈ ਤਾਂ ਉਹ ਵਸਤੂ ਦਾ
ਮੁੱਲ ਜਿਹੜਾ ਹੈ ਉਹ ਕੁਝ ਹੋਰ ਹੋ ਜਾਂਦਾ ਹੈ, ਪਰ ਉਹ ਰਹੇਗਾ MRP ਦੇ ਅੰਡਰ ਹੀ। ਠੀਕ ਹੈ, MRP ਤੋਂ ਵਾਧੂ ਨਹੀਂ ਹੋ ਸਕਦਾ। ਓਕੇ ਜੀ, तो ਇਹ ਥੋੜੀਆਂ ਜਿਹੀਆਂ ਬੇਸਿਕ ਗੱਲਾਂ ਸੀ ਜਿਹੜੀਆਂ ਤੁਹਾਨੂੰ ਪਹਿਲਾਂ ਪਤਾ ਹੋਣੀਆਂ ਚਾਹੀਦੀਆਂ ਨੇ। ਓਕੇ, तो ਹੁਣ ਜਿਹੜਾ ਉਹ ਟੈਕਸ ਲੱਗਦਾ ਹੈ, ਟੈਕਸ ਨੂੰ ਆਪਾਂ ਵਿੱਚੋਂ ਕਹਿੰਦੇ ਆ ਕਰ। ਠੀਕ ਹੈ, ਜਦੋਂ ਚੀਜ਼ ਕੋਈ ਵੇਚਦੇ ਹਾਂ ਤਾਂ ਇਹਦਾ ਮਤਲਬ ਉਹਦੀ ਸੇਲ ਹੁੰਦੀ ਹੈ, ਤਾਂ ਸੇਲ ਨੂੰ ਵਿੱਚੋਂ ਆਪਾਂ ਵਿਕਰੀ ਕਹਿੰਦੇ ਆ। ਇਹਦਾ ਮਤਲਬ ਸਾਡਾ ਟੌਪਿਕ ਜਿਹੜਾ ਹੈ ਉਹ ਹੈਗਾ ਵਿਕਰੀ ਕਰ ਬਾਰੇ। ਕੀ ਹੋਏਗਾ? ਵਿਕਰੀ ਕਰ। ਵਿਕਰੀ ਕਰ ਜਿਹੜਾ ਹੈ ਉਹਨੂੰ ਅਸੀਂ ਸੇਲਸ ਟੈਕਸ ਕਹਿ ਦਿੰਦੇ ਆ। ਠੀਕ ਹੈ, ਕੀ ਕਹਿ ਦਿੰਦੇ ਆ? ਸੇਲਸ ਟੈਕਸ। ਤੇ ਬੱਚੋ ਅੱਜ ਕੱਲ ਜਿਹੜਾ ਸਭ ਤੋਂ ਫੈਮਿਲੀਅਰ ਟੈਕਸ ਜਿਹੜਾ ਤੁਸੀਂ ਦੇਖ ਸਕਦੇ ਹੋ ਕਿਹੜਾ ਹੁੰਦਾ ਹੈ ਸੇਲਸ ਟੈਕਸ ਦੇ ਵਿੱਚ, ਸਭ ਤੋਂ ਫੈਮਿਲੀਅਰ ਟੈਕਸ ਜਿਹੜਾ ਹੈ ਉਹ ਹੁੰਦਾ ਹੈ ਬੱਚੋ, ਉਹਨੂੰ ਕਹਿੰਦੇ ਆ ਆਪਾਂ GST। ਠੀਕ ਹੈ, GST ਦਾ ਨਾਮ ਤੁਸੀਂ ਸੁਣਿਆ ਹੋਏਗਾ, ਜੇ ਨਹੀਂ ਵੀ ਸੁਣਿਆ ਹੋਏਗਾ ਤਾਂ ਬੱਚੋ ਮੈਂ ਤੁਹਾਨੂੰ ਦੱਸ ਦਿੰਦਾ। ਚਲੋ, GST ਨੂੰ ਆਪਾਂ ਕਹਿੰਦੇ ਆ ਗੁੱਡਸ ਐਂਡ ਸਰਵਿਸਿਜ਼ ਟੈਕਸ। ਠੀਕ ਹੈ, ਯਾਦ ਰੱਖਣਾ, ਗੁੱਡਸ ਐਂਡ ਸਰਵਿਸਿਜ਼ ਟੈਕਸ। ਠੀਕ ਹੈ, ਇਹ ਰੀਸੈਂਟਲੀ 2014-15 ਦੇ ਵਿੱਚ ਉਦੋਂ ਇਹ ਲੱਗਣਾ ਸ਼ੁਰੂ ਹੋਇਆ ਸੀਗਾ। ਠੀਕ ਹੈ, ਸ਼ੁਰੂ ਹੋਇਆ ਸੀ। ਤੇ ਗੁੱਡਸ ਐਂਡ ਸਰਵਿਸਿਜ਼ ਟੈਕਸ ਜਿਹੜਾ ਹੈ GST ਟੈਕਸ ਇਹਨੂੰ ਕਿਹਾ ਜਾਂਦਾ ਹੈ। ਤੇ GST ਟੈਕਸ ਇੱਕ ਯੂਨੀਕ ਨੰਬਰ ਹੁੰਦਾ ਹੈ ਜਿਹੜਾ ਕਿ ਅੱਜ ਕੱਲ ਤੁਸੀਂ ਦੇਖਿਆ ਹੋਏਗਾ ਹਰ ਇੱਕ ਦੁਕਾਨਦਾਰ ਦੇ ਉਹਨੂੰ ਮੈਂਡੇਟਰੀ ਕਰ ਦਿੱਤਾ ਹੈ। ਉਹ ਦੁਕਾਨਦਾਰ ਨੇ ਆਪਣੀ ਦੁਕਾਨ ਦੇ ਬਾਹਰ ਜਿਹੜੇ ਵੱਡੀਆਂ ਫਰਮਾਂ ਨੇ ਉਹਨਾਂ ਨੇ ਆਪਣਾ ਇੱਕ GST ਨੰਬਰ ਜਿਹੜਾ ਹੈਗਾ ਉਹ ਲਗਾ ਕੇ ਰੱਖਿਆ ਹੁੰਦਾ ਹੈ। ਤਾਂ ਉਹ ਉਸ ਟੈਕਸ ਨੂੰ ਕਲੈਕਟ ਕਰਦੀਆਂ ਨੇ ਤੇ ਕਲੈਕਟ ਕਰਨ ਤੋਂ ਬਾਅਦ ਉਹ ਟੈਕਸ ਜਿਹੜਾ ਹੈਗਾ ਸਰਕਾਰ ਨੂੰ ਚਲੇ ਜਾਂਦਾ ਹੈ। ਠੀਕ ਹੈ, तो ਇਹ ਸਰਕਾਰ ਦੁਆਰਾ ਲਗਾਇਆ ਗਿਆ ਟੈਕਸ ਹੈ ਜਿਹੜਾ ਕਿ ਹਰ ਵਸਤੂ ਦੇ ਉੱਪਰ ਸਿਰਫ ਐਲਕੋਹਲ ਨੂੰ ਛੱਡ ਕੇ, ਠੀਕ ਹੈ, ਐਲਕੋਹਲ ਕੰਜ਼ੰਪਸ਼ਨ ਜਿਹੜੀ ਐਲਕੋਹਲ ਨੂੰ GST ਤੋਂ ਬਾਹਰ ਰੱਖਿਆ ਗਿਆ ਹੈ। ਠੀਕ ਹੈ, ਜਿੰਨੀ ਕਿ ਮੇਰੀ ਨੌਲੇਜ ਹੈ ਅਲਕੋਹਲ ਨੂੰ ਬਾਹਰ ਰੱਖਿਆ ਗਿਆ ਹੈ ਤੇ ਬਾਕੀ ਜਿਹੜੇ ਨੇ ਉਹ GST ਜਿਹੜਾ ਹਰ ਇੱਕ ਵਸਤੂ ਦੇ ਉੱਪਰ ਆਮ ਤੌਰ ਤੇ ਲੱਗਾ ਹੀ ਹੁੰਦਾ ਹੈ। ਠੀਕ ਹੈ, ਕਲੀਅਰ ਜੀ? ਹੋ ਸਕਦਾ ਮੈਡੀਸਨ ਤੇ ਵੀ ਹੋਵੇ। ਠੀਕ ਹੈ, ਆਮ ਨਾਟ ਕਨਫਰਮਡ, ਬਟ ਅਲਕੋਹਲ ਦਾ ਮੈਨੂੰ ਕਨਫਰਮ ਹੈ। ਤੇ ਗੁੱਡਸ ਐਂਡ ਸਰਵਿਸਿਜ਼ ਟੈਕਸ ਜਿਹੜੇ ਬਾਕੀ ਸਾਰੀਆਂ ਵਸਤੂਆਂ ਤੇ ਲੱਗ ਕੇ ਆਉਂਦਾ ਹੈ। ਇਹਦਾ ਮਤਲਬ ਟੈਕਸ ਦੇ ਨਾਲ ਕਿਸੇ ਵੀ ਜਦੋਂ ਟੈਕਸ ਲੱਗਦਾ ਹੈ, ਟੈਕਸ ਲੱਗਣ ਨਾਲ ਕਿਸੇ ਵੀ ਵਸਤੂ ਦਾ ਵੇਚ ਮੁੱਲ ਸਮਝਦੇ ਹੋ? ਜਿਹੜਾ ਸੈਲਿੰਗ ਪ੍ਰਾਈਸ ਹੋਏਗਾ SP ਜਿਹਨੂੰ ਆਪਾਂ ਲਿਖਿਆ ਸੀ, ਉਹ ਵੇਚ ਮੁੱਲ ਕੀ ਹੋਏਗਾ? ਘਟੇਗਾ ਜਾਂ ਵਧੇਗਾ? तो बच्चों ਵਧੇਗਾ। ठीक है, वो की करेगा? ਵਧੇਗਾ। ਇਹ याद रखना हैगा। सैलिंग प्राइस ज्यादातर की है ਕੀ ਹੁੰਦਾ? ਵੇਚ ਮੁੱਲ ਜ਼ਿਆਦਾतर ਟੈਕਸ ਦੇ ਨਾਲ ਕੀ ਹੈ? ਵੱਧਦਾ ਹੁੰਦਾ ਹੈ, ਯਾਨੀ ਕਿ ਉਹ ਐਡ ਹੋਣਾ ਹੈ। ਸੇਲਸ ਟੈਕਸ ਮਾਰਕਡ ਪ੍ਰਾਈਸ ਦੇ ਵਿੱਚ ਕੀ ਅੰਕਿਤ ਮੁੱਲ ਦੇ ਵਿੱਚ ਕੀ ਹੁੰਦਾ ਹੈ? ਐਡ ਹੁੰਦਾ ਹੈ। ਓਕੇ, ਜੋ ਵੀ ਉਹਦਾ ਮੁੱਲ ਹੋਏਗਾ ਉੱਤੇ ਫਿਰ ਸੇਲ ਟੈਕਸ ਜਿੰਨਾ ਵੀ ਹੋਏਗਾ ਉਹ ਐਡ ਹੋ ਕੇ ਉਹ ਕੀ ਹੈ? ਉਹਦਾ ਮੁੱਲ ਵਧੇਗਾ। ਠੀਕ ਹੈ, तो ਇਸ ਨੂੰ ਸਮਝਣ ਲਈ ਹੁਣ ਅਸੀਂ ਐਕਸਰਸਾਈਜ਼ ਨੰਬਰ 7.4 ਸਟਾਰਟ ਕਰਨ ਜਾ ਰਹੇ ਹਾਂ, ਜਿਸ ਵਿੱਚ ਪਹਿਲਾ ਸਮ ਜਿਹੜਾ ਤੁਹਾਡੀ ਸਕਰੀਨ ਤੇ ਫਲੈਸ਼ ਹੋ ਰਿਹਾ ਇਹ ਹੈ ਕਿ ਇੱਕ ਸ਼ੋਰੂਮ ਹੈ ਬੱਚੋ, ਉਸ ਸ਼ੋਰੂਮ ਦੇ ਵਿੱਚ ਟੀਵੀ ਦਾ ਮੁੱਲ ਜਿਹੜਾ ਹੈ ਉਹ 36,000 ਕਿੰਨਾ ਹੈ? ਦੇਖੋ 36,500 ਰੁਪਏ ਹੈ। ਟੀਵੀ ਦਾ ਮੁੱਲ ਕਿੰਨਾ ਹੈ? 36,500 ਰੁਪਏ। ਕਿ ਮਤਲਬ ਇਹਦਾ ਦੁਕਾਨਦਾਰ ਨੇ ਕੀ ਕੀਤਾ? ਅੱਜ ਕੱਲ ਤਾਂ ਤੁਹਾਨੂੰ ਪਤਾ ਹੋਏਗਾ ਜਿਹੜੇ ਦੁਸਹਿਰਾ ਵਗੈਰਾ ਸੀਜ਼ਨ ਵਗੈਰਾ ਆਉਂਦੇ ਨੇ, ਕਿਉਂਕਿ ਹੁਣ ਤੁਹਾਡਾ ਇਹ ਪੇਪਰ ਵੀ ਦੇਖੋ ਜਿਹੜਾ ਇਹ ਚੈਪਟਰ ਹੈਗਾ ਸੀਜ਼ਨਸ ਦੇ ਵਿੱਚ ਹੀ ਆਇਆ। ਮੰਨ ਲਓ ਆ ਟੀਵੀ ਹੈ, तो टीवी ਦੇ ਉੱਪਰ ਮੋਟਾ ਕਰਕੇ ਇਦਾਂ ਉਹਨਾਂ ਨੇ ਲਿਖਿਆ ਹੁੰਦਾ, ਪ੍ਰਾਈਸ ਲਿਖ ਦਿੰਦੇ। ਕਿੰਨਾ ਪ੍ਰਾਈਸ? 36,500 ਰੁਪਏ ਜੀ। ਠੀਕ ਹੈ, तो ਤੁਸੀਂ ਦੇਖਦੇ ਹੋ ਕਿ 36,500 ਹੈ। ਅੱਛਾ, ਇਹ ਤਾਂ ਫਿਰ ਸਸਤਾ ਹੀ ਹੈ। ਬਾਕੀ ਕਿਤੇ ਹੋਰ ਦੁਕਾਨ ਤੇ ਗਏ ਉਹਨੂੰ ਉਹੀ ਟੀਵੀ 40,000 ਦਾ ਰੱਖਿਆ ਹੁੰਦਾ ਉੱਥੇ। ਠੀਕ ਹੈ, ਵੇਚਣ ਲਈ। तो 36,500 ਰੁਪਏ ਉਸ ਟੀਵੀ ਦਾ ਕਾਸਟ ਹੈ। ਤੁਸੀਂ ਉਹਦੇ ਕੋਲ ਚਲੇ ਜਾਂਦੇ ਹੋ ਦੁਕਾਨਦਾਰ ਕੋਲ, ਉਹਨੂੰ ਕਹਿੰਦੇ ਚੱਲ ਸਾਨੂੰ ਟੀਵੀ ਦੇ ਦੇ। ਪਰ ਜਦੋਂ ਤੁਸੀਂ ਉਹਦੇ ਕੋਲ ਜਾਂਦੇ ਹੋ ਉਹ ਕਹਿੰਦਾ ਇਹ GST ਜਾਂ ਸੇਲ ਟੈਕਸ ਤੋਂ ਐਕਸਕਲੂਡਡ ਹੈ। ਐਕਸਕਲੂਡਡ ਦਾ ਮਤਲਬ ਇਹ ਬਿਨਾਂ ਸੇਲ ਟੈਕਸ ਤੋਂ ਇੰਨਾ ਪ੍ਰਾਈਸ ਹੈ, ਤੁਹਾਨੂੰ 8% ਜਿਹੜਾ ਨਾਲ ਸੇਲ ਟੈਕਸ ਵੀ ਦੇਣਾ ਪਊਗਾ, ਯਾਨੀ ਕਿ ਵਿਕਰੀ ਕਰ ਵੀ ਜਿਹੜਾ ਆ ਉਹ ਦੇਣਾ ਪਊਗਾ। ਤੇ ਫਿਰ ਬੱਚੋ ਉਸ ਪਰਸਨ ਨੇ ਜਿਹਨੇ ਟੀਵੀ ਖਰੀਦਣਾ ਹੈ ਉਸ ਦਾ ਬਿੱਲ ਜਿਹੜਾ ਬਣੇਗਾ ਉਸ ਦੀ ਅਮਾਉਂਟ ਤੁਸੀਂ ਫਾਈਂਡ ਕਰਨੀ ਹੈ ਕਿ ਕਿੰਨੀ ਅਮਾਉਂਟ ਉੱਥੇ ਬਣੇਗੀ। ਠੀਕ ਹੈ, ਕਲੀਅਰ ਜੀ? ਹੁਣ ਅਸੀਂ ਇਹ ਸਵਾਲ ਕਰਦੇ ਹਾਂ। ਮੈਨੂੰ ਲੱਗਦਾ ਤੁਹਾਨੂੰ ਸਮਝ ਆ ਗਿਆ ਮੈਂ ਕੀ ਸਮ ਦੇ ਵਿੱਚ ਸਿਚੁਏਸ਼ਨ ਕੀ ਹੈ। ਠੀਕ ਹੈ, ਉਹ ਤੁਹਾਨੂੰ ਸਮਝ ਆ ਗਈ ਹੋਏਗੀ। ਆਓ ਅਸੀਂ ਸਮ ਕਰਦੇ ਹਾਂ। ਜਿੰਨੀ ਦੇਰ ਮੈਂ ਸਾਫ਼ ਕਰਦਾ ਤੁਸੀਂ ਸਭ ਤੋਂ ਪਹਿਲਾਂ ਇੱਥੇ ਲਿਖੋ, ਕੀ ਲਿਖਣਾ ਹੈ? ਟੀਵੀ ਸੈੱਟ ਦਾ ਮੁੱਲ। ਠੀਕ ਹੈ, ਟੀਵੀ ਸੈੱਟ ਦਾ ਮੁੱਲ। ਓਕੇ, ਜਿੱਦਾਂ ਤੁਹਾਡੀ ਬੁੱਕ 'ਚ ਲਿਖਿਆ ਹੋਇਆ ਉਦਾਂ ਹੀ ਤੁਸੀਂ ਨਾਲ ਕਾਪੀ ਦੇ ਉੱਪਰ ਲਿਖ ਲਓ, ਟੀਵੀ ਸੈੱਟ ਦਾ ਮੁੱਲ। ਓਕੇ, ਟੀਵੀ ਸੈੱਟ ਦਾ ਕੀ ਲਿਖਣਾ ਹੈ?
मुल लिखना है। लो जी मैं इसे साफ कर लिया। तो पहला मैं इंग्लिश च लिख देना कॉस्ट ऑफ टीवी सेट, ठीक है। नाल ही मैं पंजाबी च लिख देना टीवी सेट दा मुल किन्ने रुपए बच्चों, ये है जी 36,500 रुपए, ठीक है। उस तो बाद नाल ही उन्होंने कहता सेल्स टैक्स, की है सेल्स टैक्स, समझ दो। सेल्स टैक्स मतलब की कहांगे विक्री, की होएगा विक्री कर, कितना है जी, ये हैगा बच्चों 8%, ठीक है। ये है 8% किहदा 8% ऑफ 36,500, ठीक है। मतलब तुसी की लिखना है 36,500 का 8%, ठीक है। तो इनू हुण तुसी सॉल्व कर लो। ये कितना आना 36,500 नू एज इट इज लिखता, उस तो बाद 8 दा मतलब गुणा 8% यानी कि 8/100, तो 2 0 ना 2 0 इत्थे कैंसल, ठीक है। 365 इंटू 8 इनू बच्चों मल्टीप्लाई कर दो, ये मल्टीप्लाई करके बच्चों 2,220 रुपए जिहड़ा है बनेगा जो तुसीं इनू गुणा करोगे, ठीक है। तुसीं गुणा आप करनी है 365 नू 8 दे नाल इत्थे मल्टीप्लीकेशन करनी है, ठीक है। तो 8 5 40 2 हासिल 8 6 48 2 8 5 40 हो गया 4 आंसर सॉरी, ठीक है। 8 8 6 48 48 ते 4 किन्ने हो गए 48 ते 4 52 5, ठीक है। 8 3 24 24 ते बच्चों 8 5 40 0, ठीक है। 8 6 किन्ने हो गए 48 48 ते 4, एक मिनट जरा मैनू कैलकुलेशन दोबारा कर लैन दो, शायद ये कोई दिक्कत है। हाँ जी ये बच्चों चलो मैं कितों देख लिया सी, आंसर इन्ना नहीं है, ताई चलो अब मैं ताई वधिया हो गया मल्टीप्लीकेशन कर ली। 8 5 40 हो गए, ठीक है, 4 कैरी कर गए। 8 6 किन्ने हो गए 48, ठीक है। 8 6 48 ते 4 किन्ने हो गए 52, 5 कैरी 8 3 24 24 ते 5 किन्ने हो गए बच्चों 29, ठीक है। तो ਇਹਦਾ आंसर आना है ਇਹਦਾ मतलब कि ਜਿਹੜਾ सेल टैक्स है वो कितना बनया 2,920 रुपए, ठीक है। कोई इस तरह मतलब मैं जी बुक तो देख रहा सी उत्थे इन्ना लिखिया सी आंसर 2,220 रुपए, जो कि गलत है। चलो असी वधिया होया मल्टीप्लीकेशन कर ली, ठीक है। तो हुण बिल अमाउंट हुण की लिखोगे तुसी बिल अमाउंट, ओके। बिल अमाउंट विच ये की है ऐड होएगा कि घटेगा, डिस्काउंट विच असी घट करदे पए सी ते इहदे विच बच्चों असी ऐड करना है बिल दी राशि, ठीक है। बिल दी राशि जिहड़ी है वो कितनी होएगी बच्चों, वो ਜਿਹੜਾ ਉਹਦਾ ਮੁੱਲ ਸੀ ਜਮਾ ਜੋ ਉਹਦੇ ਵਿੱਚ ਟੈਕਸ ਲੱਗਾ ਉਹ ਦੋਨੋਂ ਤੁਸੀਂ ਐਡ ਕਰ ਦੇਣੇ ਨੇ। तो बच्चों ਇਹਨੂੰ ਐਡ ਕਰਕੇ ਇਹ ਬਣੇਗਾ 39,420 रुपए, ठीक है। 39,420 देखो दुकानदार ने बाहर लिख के लाता सी 36,500 रुपए का टीवी है, जो तुसी लैन गए ਤੁਹਾਨੂੰ किन्ने दा पिया 29,420 रुपए का, क्योंकि उन्होंने टैक्स की गल नहीं की सी उत्थे, ठीक है। रीजन की सी कि उन्हें अपनी सेल नूं वधाउण लई जिहड़े लोग हैगे उन्होंने अट्रैक्ट भी तो करना अपनी दुकान वाल, तो इस तरीके नाल बच्चों फिर वो की है सेल टैक्स विच लगा के फिर तुहानूं किन्ने पे करने पे 39,420 रुपए, ठीक है। एक परसन ने सीधा ही दुकान ते लिखा ही 40,000 रुपए जी मुल, ठीक है। हुण देखो ओहदी दुकान ते किंज जाना, किसी ने भी नहीं कहना आ टीवी महंगा है, ठीक है। ये लालच ही हुंदा है, ये चीज़ां जिहड़ियां ने दिखाउण लई हुंदियां कि जिहड़े कस्टमर आ उन्हां नूं ज़्यादा तो ज़्यादा अट्रैक्ट कीता जावे, ठीक है। क्लीयर जी। तो इस तरीके नाल बच्चों पहला सम तुहाडा हो गया। अगला हुण क्वेश्चन फिर एलईडी बेस्ड ही है, इहदे विच हैगा कि एक एलईडी जिहड़ी है वो 26,880 रुपए की अवेलेबल है, ठीक है। मतलब कि विक्री ये कर दे समेत है, ठीक है, इंकलूडिंग दी सेल टैक्स। देखो इत्थे आ गया इंकलूडिंग दी सेल टैक्स, ठीक है। तो मतलब सेल टैक्स विच ही पा के है उहदा ओरिजिनल कॉस्ट जिहड़ी है 24,000 रुपए है। तो बच्चों सेल टैक्स दी रेट कितनी हुई, यानी कि परसेंटेज जिहड़ी है दर तुसीं पता करनी है, दर कितनी होएगी। परसेंटेज विच आंदी दर हमेशा, ठीक है, याद रखना दर रेट का मतलब होंदा है दर जो कि हमेशा परसेंटेज विच हुंदी है, यानी कि परसेंटेज ऑफ सेल टैक्स तुसी फाइंड आउट करना है, ओके। तो सब तो पहला तुसी की लिखोगे ओरिजिनल
ओरिजिनल कॉस्ट ऑफ एलईडी टीवी। ओके, यानी कि ओरिजिनल कॉस्ट यानी कि की लिखूंगे कि असली एलईडी इत्थे तुसीं पूरा लिख लियो, मैं हुण चलो तुहाडी बुक च भी इंग्लिश च लिखिया ही होया एलईडी टीवी दा असल मुल, ठीक है किन्ना है जी, वो लिखना तुसी 24,000 रुपए। ठीक है, इत्थे 24,000 है, ये वाला लिखना 24,000 जिहड़ा है वो मुल आएगा। ओके, पूरा इनू 24,000 लिख लियो, मैं इदा करदा चलो इत्थे लिख देना 24,000 रुपए। ठीक है, 24,000 रुपए। ओके, उस तो बाद इफ ओरिजिनल कॉस्ट ऑफ एलईडी टीवी ये आ गया, ये तुसी लिख चुके हैं। हुण होना से इस तो बाद लिखूंगे प्राइस ऑफ एलईडी, प्राइस ऑफ एलईडी टीवी इंक्लूडिंग ये है ना सेल टैक्स। ठीक है, एसटी का मतलब सेल टैक्स। ठीक है, मतलब एलईडी टीवी दा विक्री कर समेत मुल किन्ना आया जी, विक्री कर समेत मुल जिहड़ा है वो किन्ना होएगा 26 किन्ना दिता है तुहानू 26,880 रुपए। ओके, ਇਹਦਾ मतलब हुण विक्री कर होया किन्ना, विक्री कर मतलब सेल्स टैक्स किन्ना होया बच्चों, देखो 26,800 माइनस 24,000, पहला माइनस करूंगे ना, दोनों ने जो सबट्रैक्ट किया ये बन गया बच्चों 2,880 रुपए, 2,880 रुपए बन गया जी। ठीक है, नाउ हुण की पूछा तुहानू रेट ऑफ सेल्स टैक्स, यानी कि विक्री कर दी दर, तो दर किदा निकलनी है, पहला लिखोगे तुसी सेल टैक्स, विक्री कर ऊपर लिखिया किन्ना बनया वो, विक्री मुल नहीं इत्थे कर लिख दियो, सेल्स टैक्स डिवाइड बाय ओरिजिनल कॉस्ट असल मुल, ओरिजिनल कॉस्ट गुणा 100। ठीक है, तो ये कितनी वैल्यू है देखो 2,880 रुपए डिवाइड बाय 24,000 गुणा 100। ठीक है, 2 0 आप इत्थे कट दित्तियां, एक 0 ये कट गई, तो बिचों आ गया 288 डिवाइड बाय 24। जो हुण तुसीं इहनूं सॉल्व करना है, ये ऑलमोस्ट 12 बच्चों आएगा, यानी कि 12%। 12 की होएगा परसेंटेज विच होएगा, इत्थे परसेंटेज तुसीं लिख लेना है 12%। ओके, आई गया पूरा, तो 12% जिहड़ा है वो वैल्यू इत्थे होएगी। क्लियर, तो ये सैकेंड सम सी, इस तरह असी ये सैकेंड सम जिहड़ा है वो करना सी। ओके, एक सम होर कर लैंदे आ, बाकी बच्चों फिर असी MCQ दे नाल नैक्सट 4th ते 5th सम जिहड़ा कल करांगे। तो थर्ड सम साडा की है, थर्ड सम है सेल टैक्स रेट इज, देखो इत्थे तुहानू हुण विक्री कर दी दर जिहड़ी है वो गिवन है, कितनी है 8%। ठीक है, बुक नाल रखनी है अपनी, विक्री कर दी दर की है 8% है। क्वेश्चन हैगा इफ राहुल बॉट ए वॉशिंग मशीन, राहुल ने की खरीदी, एक वॉशिंग मशीन खरीदी है, एंड पेड ए सेल्स टैक्स ऑफ, पेड ए सेल्स टैक्स यानी कि विक्री कर दे रहा हो कितना 1,920 रुपए। ठीक है, व्हाट इज द कॉस्ट ऑफ वॉशिंग मशीन बिफोर सेल टैक्स, तो सेल टैक्स तो बिना या सेल टैक्स तो पहला उस वॉशिंग मशीन की कॉस्ट जिहड़ी है वो कितनी सीगी, ये बच्चों तुसी दसना है। तो ये थोड़ी जी ये ट्रिक यही चलनी कि थोड़ा तुहानू लैट मन के चलना पैना, यानी कि मन के चलना पैना कि लेट दी कॉस्ट ऑफ वॉशिंग मशीन, सपोज कर लो कॉस्ट ऑफ वॉशिंग मशीन, ठीक है किहदे इक्वल है, दैट इज इक्वल टू X रुपीज। ठीक है, मान लो की लिखूंगे, मान लो ओके वॉशिंग मशीन, देखो मैं दोनों मीडियम च बच्चों करवा रहा तुहानू,
वाशिंग मशीन दा मुल मन लेना है कितना है जी एक्स रुपीस यही तुसी फाइंड करना ना वाशिंग मशीन दे कॉस्ट की होएगी मुल कितना होएगा जदों ओदा ओदे ते उपर टैक्स नहीं लगा टैक्स तो बिना ठीक है टैक्स तो बिना मुल जिहड़ा वो फाइंड आउट करना तो वाशिंग मशीन दा मुल जिहड़ा वो कितना होएगा वो असीं फाइंड आउट करना है ओके तो सेल्स टैक्स बच्चों कितना इत्थे देखो तां सेल्स टैक्स मतलब विक्री कर कितना है 8% ही है कितना है 8% ठीक है 8% 8% ਤੁਹਾਨੂੰ ਸੇਲਸ ਟੈਕਸ ਦਿੱਤਾ ਹੋਇਆ ਇਹਦਾ ਹੁੰਦਾ ਬੱਚੋ ਸੇਲਸ ਟੈਕਸ ਤਾਂ ਹਮੇਸ਼ਾ ਮੁੱਲ ਦਾ ਹੀ ਹੁੰਦਾ ਨਾ ਠੀਕ ਹੈ ਆਫ ਮੁੱਲ ਮੈਂ ਮੁੱਲ ਲਿਖ ਦਿੱਤਾ ਇੱਥੇ ਤੁਸੀਂ ਇੱਥੇ ਕਾਸਟ ਲਿਖ ਲਈਓ ਜਿਹੜੇ ਇੰਗਲਿਸ਼ ਮੀਡੀਅਮ ਵਾਲੇ ਆ ਕਾਸਟ ਠੀਕ ਹੈ ਆਫ ਕਾਸਟ ਯਾਨੀ ਕਿ ਮੁੱਲ ਦਾ 8% तो मुल कितना है वो तो बच्चों असी x मन्निया है दा मतलब मल्टीप्लीकेशन ऑफ दा मतलब मल्टीप्लीकेशन 8% 8 by 100 तो आ गया 8x by 100 8x by 100 ठीक है तो ये सेल्स टैक्स है ठीक है ये सेल्स टैक्स होया हुण सेल टैक्स दे कितना रहा हो ये सेल टैक्स की कॉस्ट हो गई सेल टैक्स कितना दे रहा हो 1920 रुपए ठीक है तो सेल टैक्स ये असी कढ़ लिया एक्स तो ते सेल टैक्स यानी कि विक्री कर जिहड़ा तुहानू दिता है कितना है 1920 रुपए ये भी सेल टैक्स है ये भी सेल टैक्स है ये उहदी अमाउंट हो गई ये किन्नी अमाउंट ते लगा है 8% किन्नी अमाउंट ते लगा है एक्स वो एक्स असी फाइंड आउट करना है तो देयरफॉर इत्थे की होएगा असी सिर्फ ये करना कि 8x बटा 100 बराबर 1920 क्योंकि दोनों आपस दे विच की हो गए बराबर हो गए तो बराबर होने करके 8x बाय 100 इक्वल टू 120 आ गया एक जीरो ना एक जीरो कट दियो बच्चों ठीक है जीरो ना एक जीरो कट जानी है x का मुल कढ़ना हुण x इक्वल टू ए दिस इंप्लाइज दैट है तुसी थल्ले वाली लाइन ते x लिख लियो ठीक है ऊपर आ गया 192 100 10 जिहड़ा ऊपर चल जाना 100 ना एक जीरो तो चलो कट ही गई सी 100 दी एक जीरो बटा 8 नीचे आ जाना ठीक है तो जो इनू सॉल्व करूंगे ये बच्चों 192 जिहड़ा है 8 दूनी 16 8 चौका 16 चो 19 चो 16 कड्डे किन्ने बने 3 कैरी हो गए 2 भी कैरी हो गए नाल 2 3 तो मतलब रिमाइंडर बचा 2 कैरी हो गए 32 हो गए 8 चौका 32 हुंदे ने 24 आया तो 24 दी जीरो दे नाल 24 दी जीरो दे नाल एक जीरो ना ओ सॉरी एक मिनट बच्चों इत्थे थोड़ी जी गलती हो गई एक मिनट मिस्टेक ये हुई है असी कटना नहीं सी ठीक है ये कट नहीं हुई क्योंकि ऊपर है ये मेरी मिस्टेक है एक मिनट रुकियो ਇਹਦੇ ਵਿੱਚ ਇਹ 2 ਇਹਦੇ ਨਾਲ ਇਹ 0 ਬੱਚੋ ਕੱਟ नहीं होना है ठीक है वही देखो आंसर 220 ਤਾਂ ਮੁੱਲ ਹੋ ਹੀ ਨਹੀਂ ਸਕਦਾ ਨਾ ਇਹ 0 ਉੱਪਰ ਹੈ ਨਾ ਕਿਉਂਕਿ 1920 बटा 1 है तो 0 थले है तुसी इत्थे की करना है x बराबर 1920 गुणा 100 ऊपर गया 8 बच्चों नीचे आए ठीक है इस तरह होया ते हुण ये किन्ने ते गया देखो हुणी तुहानूं दस्सिया ये गया 24 ते ठीक है नाल एक की आ 0 आ जानी है 192 24 ते गया सी ना 8 नाल तो 240 गुणा 100 कितना हो गया 24,000 रुपए तो 24,000 ਉਹਦਾ ਮੁੱਲ ਸੀਗਾ ठीक है ये सी आंसर 24,000 कॉस्ट जी है वॉशिंग मशीन की होएगी ओके तो ये साडा थर्ड सम सी बच्चों इनू हुण तुसीं कर लेना अगले सम जिहड़े असीं अगली लैक्चर दे विच करांगे इसे चैप्टर दे इनू हुण ध्यान नाल करना सेल टैक्स जिद्दां कराया जो समझाया उन्होंने चंगी तरह तुसीं कर लईओ तो इन्ना तुहानूं हुण क्लीयर है कि जदों अंकित मुल दे डिस्काउंट लाने हाँ ते अमाउंट घटदी है वेच मुल घटदा है ਜਦੋਂ ਕਿਸੇ ਮੁੱਲ ਦੇ ਉੱਪਰ ਟੈਕਸ ਲੱਗਦਾ ਹੈ ਤਾਂ ਉਹਦਾ ਮੁੱਲ ਫਿਰ ਵੱਧ ਜਾਂਦਾ ਹੈ ਠੀਕ ਹੈ ਉਹਦਾ ਮੁੱਲ ਕੀ ਹੋ ਜਾਂਦਾ ਹੈ ਵੱਧ ਜਾਂਦਾ ਹੈ ਠੀਕ ਹੈ तो ਇਹ ਬੱਚੋ ਲਾਈਕ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਕਿਵੇਂ ਲੱਗੀ ਤੁਹਾਨੂੰ ਵੀਡੀਓ ਥੈਂਕ ਯੂ